ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰ ਗੁਪਤ ਤੇ ਪ੍ਰਗਟ ਦੋਨੇ ਰੂਪਾਂ ਦੇ ਵਿੱਚ ਵਰਤਦਾ ਹੈਗਾ। ਸੋ ਕੋਈ ਵੀ ਪ੍ਰਾਣੀ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਰਨ 'ਚ ਜਾਂਦਾ ਹੈਗਾ, ਆਪਣੀ ਝੋਲੀ ਅੜਦਾ ਅਤੇ ਉਸ ਦੀ ਝੋਲੀ ਦੇ ਵਿੱਚ ਖੈਰ ਜ਼ਰੂਰ ਪੈਂਦੀ ਹੈ। ਐਸੀ ਮਿਹਰ ਦੀ ਖੈਰ ਧੰਨ ਗੁਰੂ ਰਾਮਦਾਸ ਮਹਾਰਾਜ ਉਸ ਦੀ ਝੋਲੀ ਦੇ ਵਿੱਚ ਪਾਉਂਦੇ ਆ ਕਿ ਉਹਨੂੰ ਆਦਿ ਤੋਂ ਅੰਤ ਤੱਕ ਨਿਹਾਲ ਕਰ ਦਿੰਦੇ ਆ। ਐਸੀ ਕਿਰਪਾ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ। ਇਸ ਕਰਕੇ ਦੁਨੀਆ ਦੇ ਵਿੱਚੋਂ ਬਹੁਤ ਨਿਰਾਸ਼ ਹੋਏ ਵਿਅਕਤੀ ਜਿਹੜੇ ਆ, ਜਦੋਂ ਉਹਨਾਂ ਦਾ ਦਿਲ ਟੁੱਟ ਜਾਂਦਾ ਹੈਗਾ, ਆਪਣੀ ਜ਼ਿੰਦਗੀ 'ਚ ਹਾਰ ਜਾਂਦੇ ਆ, ਫਿਰ ਇੱਕੋ ਇੱਕ ਉਮੀਦ ਉਹਨਾਂ ਨੂੰ ਹੁੰਦੀ ਆ, ਉਹ ਹੁੰਦੀ ਆ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੀ। ਅਤੇ ਜਦੋਂ ਉਹ ਇਸ ਦਰ ਦੇ ਉੱਤੇ ਢਹਿ ਕੇ ਪੂਰੀ ਤਰ੍ਹਾਂ ਗੁਰੂ ਸਾਹਿਬ ਦੇ ਪ੍ਰਤੀ ਸਮਰਪਿਤ ਹੋ ਜਾਂਦੇ ਆ, ਅਤੇ ਉਹਨਾਂ ਦੀ ਜਿਹੜੀ ਬਾਂਹ ਹੈਗੀ ਆ ਗੁਰੂ ਰਾਮਦਾਸ ਮਹਾਰਾਜ ਜ਼ਰੂਰ ਫੜਦੇ ਆ, ਔਰ ਐਸੀ ਫੜਦੇ ਆ ਕਿ ਲੋਕ ਕੀ ਪਰਲੋਕ ਤੱਕ ਵੀ ਉਹਦੀ ਬਾਂਹ ਨਹੀਂ ਛੱਡਦੇ। ਸੋ ਇਹ ਜਿਹੜੇ ਗੁਰਸਿੱਖ ਹੁੰਦੇ ਆ, ਉਹ ਅਖੀਰ ਦੇ ਵਿੱਚ ਗੁਰੂ ਸਾਹਿਬ ਤੋਂ ਸਦਾ ਲਈ ਬਲਿਹਾਰ ਹੋ ਜਾਂਦੇ, ਕੁਰਬਾਨ ਹੋ ਜਾਂਦੇ ਆ, ਅਤੇ ਗੁਰੂ ਸਾਹਿਬ ਦੇ ਅਨੰਨ ਭਗਤ ਬਣਦੇ ਆ ਆਪਣੇ ਜੀਵਨ ਦੇ ਵਿੱਚ। ਦੇਖੋ, ਜਿਵੇਂ ਇੱਕ ਬੀਬੀ, ਉਹ ਆਪਣੇ ਪਤੀ ਅਤੇ ਉਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਸੀਗਾ, ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ ਦਰਸ਼ਨ ਕਰਨ ਆਏ। ਜਦ ਦਰਸ਼ਨ ਕਰਨ ਆਏ ਤਾਂ ਉਹਨਾਂ ਦਾ ਇੱਕ ਲੜਕਾ ਜਿਹਦਾ ਨਾਂ ਰਵੀ ਸੀਗਾ, ਛੋਟਾ ਬੱਚਾ ਸੀਗਾ, ਉਹ ਵੀ ਉਹਨਾਂ ਦੇ ਨਾਲ ਸੀਗਾ। ਅਤੇ ਜਦੋਂ ਦੋਨੇ ਜੀ ਪਤੀ ਪਤਨੀ ਜਿਹੜੇ ਹੈਗੇ, ਜਦੋਂ ਦਰਸ਼ਨੀ ਡੋੜੀ ਤੋਂ ਅੱਗੇ ਜਾਣ ਲੱਗੇ, ਅਤੇ ਜਿਹੜੀ ਉਹਨਾਂ ਦੀ ਪਤਨੀ ਸੀਗੀ ਸਰਦਾਰ ਜੀ ਉਹਨਾਂ ਦੀ, ਉਹ ਤਾਂ ਜਿਹੜੀ ਸੀ ਉਹ ਬੀਬੀਆਂ ਦੀ ਲਾਈਨ 'ਚ ਲੱਗ ਗਈ, ਅਤੇ ਜਿਹੜੇ ਸਰਦਾਰ ਜੀ ਸੀਗੇ ਉਹ ਜਨਰਲ ਲਾਈਨ ਦੇ ਵਿੱਚ ਲੱਗ ਗਏ। ਹੁਣ ਦੋਨਾਂ ਦੇ ਮਨ ਦੇ ਵਿੱਚ ਇੱਕ ਐਸਾ ਦਿਮਾਗ ਦੇ ਵਿੱਚ ਆ ਗਿਆ ਕਿ ਜਿਹੜਾ ਬੱਚਾ ਉਹਨਾਂ ਦਾ ਛੋਟਾ ਰਵੀ ਆ, ਹੁਣ ਜਿਹੜਾ ਸਰਦਾਰ ਜੀ ਸੀ ਉਹ ਸਮਝਦੇ ਸੀ ਕਿ ਮੇਰੀ ਪਤਨੀ ਦੇ ਪਾਸ ਆ, ਅਤੇ ਪਤਨੀ ਮਨ 'ਚ ਸਮਝਦੀ ਸੀ ਕਿ ਬੱਚਾ ਜਿਹੜਾ ਹੈਗਾ ਉਹ ਸਰਦਾਰ ਜੀ ਪਾਸ ਹੋਊਗਾ। ਇਸ ਤਰ੍ਹਾਂ ਕਰਦੇ ਕਰਦੇ ਲਾਈਨ ਦੇ ਵਿੱਚੋਂ ਅੱਗੇ ਜਾਂਦੇ ਗਏ। ਜਾਂਦੇ ਜਾਂਦੇ ਜਦੋਂ ਅਖੀਰ ਦਰਬਾਰ ਸਾਹਿਬ ਜਿਹੜਾ ਸੀ ਮੇਨ ਦਰਸ਼ਨੀ ਦਰਵਾਜ਼ਾ, ਜਦ ਉੱਥੇ ਪਹੁੰਚੇ ਸੀਗੇ, ਅਤੇ ਦੋਨੇ ਜੀ ਉੱਥੇ ਸਵੱਬ ਨਾਲ ਇਕੱਠੇ ਹੋਏ। ਜਦੋਂ ਉੱਥੇ ਇਕੱਠੇ ਹੋਏ ਅਤੇ ਪਤਨੀ ਨੇ ਆਪਣੇ ਪਤੀ ਨੂੰ ਪੁੱਛਿਆ ਵੀ ਸਰਦਾਰ ਜੀ, ਜਿਹੜਾ ਆਪਣਾ ਬੱਚਾ ਹੈਗਾ ਤੁਹਾਡੇ ਨਾਲ ਆ? ਜਦ ਇੰਨੀ ਗੱਲ ਹੋਈ ਤਾਂ ਪਤੀ ਕਹਿਣ ਲੱਗਾ ਕਿ ਮੇਰੇ ਨਾਲ ਤਾਂ ਨਹੀਂ ਹੈਗਾ, ਤੇਰੇ ਨਾਲ ਨਹੀਂ ਆ। ਉਹ ਕਹਿਣ ਲੱਗੀ ਵੀ ਮੇਰੇ ਨਾਲ ਵੀ ਨਹੀਂ ਆ। ਫਿਰ ਦੋਨੇ ਇੱਕ ਦੂਜੇ ਨੂੰ ਬੜੀ ਹੈਰਾਨੀ ਨਾਲ ਦੇਖ ਕੇ ਕਹਿਣ ਲੱਗੇ, ਫਿਰ ਉਹ ਬੱਚਾ ਆਪਣਾ ਕਿੱਧਰ ਚਲੇ ਗਿਆ? ਬਸ ਇੰਨੀ ਗੱਲ ਕਹਿਣ ਦੀ ਢੇਰ ਸੀਗੀ। ਉਹਨੇ ਆਲੇ ਦੁਆਲੇ ਦੇਖਿਆ, ਕੋਈ ਸੁੱਝਿਆ ਨਹੀਂ ਗਾ। ਉਸੇ ਟਾਈਮ ਜਿਹੜੇ ਪਤੀ ਪਤਨੀ ਸੀ ਉਹ ਲਾਈਨ 'ਚੋਂ ਬਾਹਰ ਆ ਗਏ ਨਾ, ਬੱਚੇ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਾਂ ਜਿਹੜੀ ਬੱਚੇ ਦੀ ਤਲਾਸ਼ ਸ਼ੁਰੂ ਕੀਤੀ, ਸਾਰੇ ਸਰੋਵਰ ਦੇ ਆਲੇ ਦੁਆਲੇ ਘੁੰਮ ਕੇ ਦੇਖਿਆ, ਅਕਾਲ ਤਖਤ ਸਾਹਿਬ ਵੱਲ ਦੇਖਿਆ, ਸਾਰੇ ਪਾਸੇ ਦੇਖਿਆ, ਬਟ ਬੱਚਾ ਉਹਨਾਂ ਨੂੰ ਕਿਤੇ ਨਜ਼ਰ ਨਾ ਆਵੇ। ਜਦ ਨਜ਼ਰ ਨਾ ਆਵੇ, ਫਿਰ ਅਖੀਰ ਉਹਨਾਂ ਨੇ ਆਪਣੇ ਸੇਵਕਾਂ ਨਾਲ ਗੱਲ ਕੀਤੀ, ਜਿਹੜੇ ਦਰਬਾਰ ਸਾਹਿਬ ਦੇ ਸੇਵਕ ਸੀਗੇ। ਗੱਲ ਕੀ ਹੈ, ਬੱਚੇ ਦੀ ਤਸਵੀਰ ਮੋਬਾਈਲ 'ਚ ਦਿੱਤੀ, ਹੋਰ ਵੀ ਸਾਰੇ ਪਾਸੇ ਜਿਹੜੀ ਐਡ ਕੀਤੀ, ਔਰ ਕਾਫੀ ਚਿਰ ਬੱਚੇ ਦੀ ਤਲਾਸ਼ ਕਰਦੇ ਰਹੇ, ਪਰ ਬੱਚਾ ਉਹਨਾਂ ਨੂੰ ਮਿਲੇ ਨਾ। ਜਦ ਬੱਚਾ ਮਿਲੇ ਨਾ, ਹੁਣ ਮਾਂ ਜਿਹੜੀ ਸੀ ਆਪਣੇ ਬੱਚੇ ਦੇ ਵਿਯੋਗ ਦੇ ਵਿੱਚ ਪੂਰੀ ਤਰ੍ਹਾਂ ਰੋ ਰੋ ਕੇ ਆਪਣਾ ਉਹਦਾ ਬੁਰਾ ਹਾਲ ਹੋਇਆ ਸੀਗਾ, ਔਰ ਬਹੁਤ ਬਰਲਾਪ ਕਰ ਰਹੀ ਸੀ। ਇਸ ਤਰ੍ਹਾਂ ਕਰਦੇ ਕਰਦੇ ਅਖੀਰ ਜਦੋਂ ਬਾਬਾ ਬੁੱਢਾ ਜੀ ਜਿਸ ਬੇਰੀ 'ਤੇ ਥੱਲੇ ਬੈਠ ਕੇ ਸਰੋਵਰ ਦੀ ਸੇਵਾ ਕਰਾਉਂਦੇ ਹੁੰਦੇ ਸੀ, ਉੱਥੇ ਜਾ ਕੇ ਜਿਹੜੇ ਦੋਨੇ ਜੀ ਸੀ ਹਾਰ ਥੱਕ ਕੇ ਬੈਠ ਗਏ। ਜਦ ਹਾਰ ਥੱਕ ਕੇ ਬੈਠੇ ਅਤੇ ਸਰਦਾਰ ਜੀ ਦੀ ਜਿਹੜੀ ਘਰ ਵਾਲੀ ਸੀ, ਉਹਦਾ ਤਾਂ ਰੋਣ ਭੁੱਬਾਂ ਜਿਹੜੀਆਂ ਸੁਣੀਆਂ ਨਹੀਂ ਸੀ ਜਾਂਦੀਆਂ। ਉਹ ਉੱਥੇ ਬੈਠੀ ਦਰਬਾਰ ਸਾਹਿਬ ਵੱਲ ਹੱਥ ਕਰ ਕਰਕੇ ਉੱਚੀ ਉੱਚੀ ਇਹ ਦਹਾਈਆਂ ਦੇਵੇ ਕਿ ਧੰਨ ਗੁਰੂ ਰਾਮਦਾਸ ਮਹਾਰਾਜ, ਤੇਰੇ ਦਰ ਤੋਂ ਤਾਂ ਹਰੇਕ ਕੋਈ ਝੋਲੀ ਭਰ ਕੇ ਜਾਂਦਾ, ਬੱਚਿਆਂ ਦੀ ਦਾਤ ਲੈ ਕੇ ਜਾਂਦਾ ਹੈਗਾ, ਪਰ ਮੈਂ ਆਪਣਾ ਇੱਕ ਇਕਲੌਤਾ ਬੱਚਾ ਜਿਹੜਾ ਹੈਗਾ ਤੇਰੇ ਦਰ ਦੇ ਉੱਤੇ ਗਵਾ ਲੈ ਲਿਆ। ਮੇਰਾ ਬੱਚਾ ਮੈਨੂੰ ਕਿੱਥੋਂ ਮਿਲੂਗਾ? ਤੁਸੀਂ ਕਿਰਪਾ ਕਰੋ, ਮੇਰੇ ਬੱਚੇ ਨਾਲ ਮੇਰਾ ਮਿਲਾਪ ਹੋ ਜਾਵੇ। ਜਦ ਉਹ ਬੀਬੀ ਬਾਰ ਜੋਦੜੀਆਂ ਕਰੇ, ਹੱਥ ਜੋੜ ਕੇ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵੱਲ, ਜਦ ਆਪਣੇ ਦਿਲ ਦੀਆਂ ਉੱਚੀ ਜਿਹੜੀਆਂ ਦਰਦ ਭਰੀਆਂ ਕੂਕਾਂ ਜਿਹੜੀਆਂ ਸੀਗੀਆਂ ਉਹ ਕਰੇ, ਪਰ ਹੁਣ ਉੱਥੇ ਇੰਨਾ ਭਾਰਾ ਸੰਗਤ ਦਾ ਗਾੜ ਸੀਗਾ ਕਿ ਸਾਰੇ ਪਾਸੇ ਪਤਾ ਨਾ ਲੱਗੇ ਵੀ ਬੱਚਾ ਚਲੇ ਕਿੱਧਰ ਗਿਆ ਹੈਗਾ। ਅਖੀਰ ਉਹ ਬੀਬੀ ਦੇ ਰੋਂਦੇ ਤਕਰੀਬਨ ਜਿਹੜੇ ਅਥਰੂ ਸੀਗੇ ਉਹ ਵੀ ਸੁੱਕ ਗਏ। ਜਦ ਸੁੱਕ ਗਏ ਤਾਂ ਉੱਥੇ ਉਹ ਬੀਬੀ ਬੈਠਿਆਂ ਅਚਨਚੇਤ ਕੀ ਹੋਇਆ ਕਿ ਪਿੱਛੋਂ ਉਸ ਬੀਬੀ ਦਾ ਬੱਚਾ ਜਿਹੜਾ ਗੁਆਚਿਆ ਹੋਇਆ ਸੀਗਾ, ਜਿਹੜਾ ਕਾਫੀ ਦੇਰ ਤੋਂ ਲੱਭ ਨਹੀਂ ਸੀ ਰਿਹਾ, ਉਸ ਬੱਚੇ ਨੇ ਆ ਕੇ ਆਪਣੀ ਮਾਂ ਦੇ ਕੰਧੇ 'ਤੇ ਹੱਥ ਰੱਖਿਆ। ਹੱਥ ਰੱਖਦੇ ਸਾਰੀ ਕਹਿਣ ਲੱਗਾ ਕਿ ਅੰਮਾ। ਜਦ ਯਕਦਮ ਮਾਂ ਨੇ ਆਪਣੇ ਬੱਚੇ ਦੀ ਆਵਾਜ਼ ਪਛਾਣੀ, ਯਕਦਮ ਪਿੱਛੇ ਮੁੜ ਕੇ ਦੇਖਿਆ ਤਾਂ ਕੀ ਦੇਖਿਆ, ਉਹਦਾ ਲੜਕਾ ਜਿਹੜਾ ਸੀ ਹੱਥ ਰੱਖ ਕੇ ਉੱਤੇ ਖੜਾ ਸੀਗਾ। ਅਤੇ ਉਹ ਬੀਬੀ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ।
ਤੇ ਉਸਨੇ ਉਸੇ ਟਾਈਮ ਆਪਣੇ ਬੱਚੇ ਨੂੰ ਕੁੱਟ ਕੇ ਗਲਬਕੜੀ ਪਾ ਲਈ। ਗਲਬਕੜੀ ਪਾ ਕੇ ਲੋਭ ਦੇ ਵਿੱਚ ਕਿੰਨਾ ਚਿਰ ਜਿਹੜਾ ਸੀ 1-1.5-2 ਮਿੰਟ ਬੱਚੇ ਦੇ ਨਾਲ ਲਾਡ ਕਰਦੀ ਰਹੀ, ਉੱਚੀ ਉੱਚੀ ਰੋਂਦੀ ਰਹੀ। ਕਰਦੇ ਕਰਦੇ ਜਦੋਂ ਉਹਦਾ ਜਿਹੜਾ ਬਰਾਗ ਥੰਮਿਆ ਗਿਆ, ਉਸ ਤੋਂ ਬਾਅਦ ਉਹਨੇ ਬੱਚੇ ਆਪਣੇ ਨੇ ਪੁੱਛਿਆ ਕਿ ਬੇਟਾ ਤੂੰ ਦੱਸ, ਤੂੰ ਕਿੱਥੇ ਗਿਆ ਸੀ? ਅਸੀਂ ਤੈਨੂੰ ਲੱਭ ਲੱਭ ਕੇ ਹਾਰ ਗਏ ਸੀ, ਤੂੰ ਕਿੱਥੋਂ ਯਕਦਮ ਆ ਗਿਆ? ਜਦ ਇੰਨੀ ਗੱਲ ਹੋਈ ਤਾਂ ਫਿਰ ਉਸ ਬੱਚੇ ਨੇ ਦੱਸਿਆ ਸੀ, ਅੰਮਾ ਇੱਕ ਬਹੁਤ ਹੀ ਲੰਬਾ ਚਿੱਟੇ ਵਸਤਰ ਪਹਿਣੀ ਇੱਕ ਬਜ਼ੁਰਗ ਬਾਬਾ ਸੀਗਾ, ਅਤੇ ਕਹਿੰਦੇ ਵੀ ਉਹ ਮੈਨੂੰ ਜਿਹੜਾ ਸੀਗਾ ਉਹ ਆਪ ਜੀ ਦੇ ਪਾਸ ਛੱਡ ਗਿਆ ਹੈਗਾ। ਜਦ ਇੰਨੀ ਗੱਲ ਹੋਈ ਤਾਂ ਉਹ ਜਿਹੜੀ ਬੀਬੀ ਨੂੰ ਸਮਝ 'ਚ ਡੇਰ ਨਹੀਂ ਲੱਗੀ, ਬੱਚੇ ਨੂੰ ਕਹਿਣ ਲੱਗੀ ਵੀ ਕਿਹੜਾ ਬਜ਼ੁਰਗ ਬਾਬਾ? ਅਤੇ ਉਸ ਬੱਚੇ ਨੇ ਜਿਹੜੇ ਸੀ ਭੀੜ ਵਾਲਾ ਹੱਥ ਰੱਖ ਕੇ ਜਿਹੜਾ ਇਸ਼ਾਰਾ ਕੀਤਾ ਕਿ ਉਹ ਬਜ਼ੁਰਗ ਬਾਬਾ। ਤਾਂ ਫਿਰ ਉਹ ਬੀਬੀ ਕਹਿਣ ਲੱਗੀ ਕਿ ਜਿਉਂ ਹੀ ਮੈਂ ਉੱਠ ਕੇ ਉਸ ਬਾਬੇ ਵੱਲ ਦੇਖਿਆ, ਉਹ ਬਾਬਾ ਜਿਹੜਾ ਸੀ ਭੀੜ ਤੋਂ ਕਾਫੀ ਅੱਗੇ ਜਾ ਚੁੱਕਾ ਸੀਗਾ, ਪਰ ਉਹਦੀ ਜਿਹੜੀ ਸੀ ਪਿੱਠ ਮੈਨੂੰ ਕਹਿੰਦੀ ਇਕੱਲੀ ਜਿਹੜੀ ਸੀ ਉਹ ਦਿਖਾਈ ਦੇ ਰਹੀ ਸੀਗੀ, ਅਤੇ ਉਹਨੇ ਚਿੱਟੇ ਵਸਤਰ ਪਹਿਨੇ ਹੋਏ ਸੀ ਅਤੇ ਲੰਬਾ ਉਹਨਾਂ ਦਾ ਪ੍ਰਕਾਸ਼ ਦਾੜਾ ਸੀਗਾ। ਬਸ ਪਿੱਛੋਂ ਕਹਿੰਦੀ ਮੈਨੂੰ ਪਿੱਠ ਦਿਖਾਈ ਦਿੱਤੀ। ਉਸ ਤੋਂ ਬਾਅਦ ਕਹਿੰਦੀ ਉਹੀ ਬਾਬਾ ਜਿਹੜਾ ਸੀਗਾ ਉਹ ਭੀੜ ਦੇ ਵਿੱਚ ਅਲੋਪ ਹੋ ਗਿਆ। ਬਸ ਫਿਰ ਕੀ ਸੀ, ਕਹਿੰਦੀ ਫਿਰ ਮੈਨੂੰ ਪਤਾ ਲੱਗ ਗਿਆ ਵੀ ਇਹ ਹੋਰ ਕੋਈ ਨਹੀਂ, ਇਹ ਪ੍ਰਤੱਖ ਧੰਨ ਗੁਰੂ ਰਾਮਦਾਸ ਮਹਾਰਾਜ ਵਰਤੇ ਆ, ਜਿਨ੍ਹਾਂ ਨੇ ਮੇਰੇ ਬੱਚੇ ਨੂੰ ਆ ਕੇ ਮੇਰੇ ਬੈਠਿਆਂ ਹੀ ਪਿੱਛੋਂ ਜਿਹੜਾ ਸੀ ਉਹ ਬੜੇ ਗੁਪਤ ਤਰੀਕੇ ਦੇ ਨਾਲ ਮਿਲਾ ਦਿੱਤਾ ਸੀਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਇਸ ਦਰ ਦੇ ਉੱਤੇ ਜੋ ਵੀ ਆਉਂਦਾ ਹੈ ਨਾ, ਉਹਦੀ ਸਾਰੀ ਜੋ ਅੰਦਰਲੀ ਦਰਦ ਭਰੀ ਅਰਜ਼ੋਈ ਹੈਗੀ ਆ, ਗੁਰੂ ਸਾਹਿਬ ਜਿਹੜੇ ਪ੍ਰਤੱਖ ਹਾਜ਼ਰ ਨਾਜ਼ਰ ਹੋ ਕੇ ਸੁਣਦੇ ਆ। ਅਗਰ ਚਾਹਣ ਤਾਂ ਕੋਈ ਖੇਡ ਨੂੰ ਜਿਹੜਾ ਹੈਗਾ ਉਹ ਪ੍ਰਤੱਖ ਵੀ ਵਰਤਾ ਦਿੰਦੇ ਆ ਜਾਂ ਗੁਪਤ ਤਰੀਕੇ ਨਾਲ ਵੀ ਵਰਤਾ ਦਿੰਦੇ ਆ। ਇਸ ਤਰ੍ਹਾਂ ਇਹ ਨੇਕਾਂ ਘਟਨਾਵਾਂ ਜਿਹੜੀਆਂ ਇੱਥੇ ਰੋਜ਼ ਵਾਪਰਦੀਆਂ ਹੈਗੀਆਂ। ਜਿਵੇਂ ਇੱਕ ਬੀਬੀ ਜਿਹੜੀ ਅੰਮ੍ਰਿਤਸਰ ਦੇ ਰਹਿਣ ਵਾਲੀ ਸੀ, ਉਹ ਵੀ ਦੱਸਦੀ ਸੀ ਕਿ ਮੈਨੂੰ ਜਿਹੜਾ ਸੀਗਾ ਜਦ ਪਹਿਲਾਂ ਕੈਂਸਰ ਹੋਇਆ ਸੀ, 1-2 ਸਟੇਜ 'ਤੇ ਕਹਿੰਦੀ ਮੈਨੂੰ ਪਤਾ ਨਹੀਂ ਲੱਗਾ ਕਿ ਮੈਨੂੰ ਕੈਂਸਰ ਹੋ ਗਿਆ। ਪਰ ਦੇਖੋ ਜਦ ਕਹਿੰਦੀ ਵੀ ਸਟੇਜ ਤੀਸਰੀ ਆਈ ਅਤੇ ਫਿਰ ਕਹਿੰਦੀ ਡਾਕਟਰ ਨੇ ਦੱਸਿਆ ਵੀ ਤੈਨੂੰ ਕੈਂਸਰ ਹੋ ਚੁੱਕਾ ਹੈਗਾ। ਕਿਉਂ 2 ਸਟੇਟਾਂ 'ਤੇ ਕਹਿੰਦੀ ਮੈਨੂੰ ਪਤਾ ਨਹੀਂ ਲੱਗਾ। ਉਸ ਤੋਂ ਬਾਅਦ ਕਹਿੰਦੀ ਫਿਰ ਮੈਂ ਆਪਣਾ ਇਲਾਜ ਕਰਾਉਣਾ ਸ਼ੁਰੂ ਕਰ ਦਿੱਤਾ, ਪਰ ਛੇਤੀ ਜਿਹੜੀ ਕੈਂਸਰ ਦੀ ਬਿਮਾਰੀ ਸੀ ਉਹ ਵੱਧ ਕੇ ਕਹਿੰਦੀ ਜਦ 4ਥੀ ਸਟੇਜ 'ਤੇ ਚੱਲ ਗਈ। ਤਾਂ ਉਸ ਤੋਂ ਬਾਅਦ ਕਹਿੰਦੀ ਫਿਰ ਡਾਕਟਰਾਂ ਨੇ ਵੀ ਜਿਹੜੇ ਹੱਥ ਖੜੇ ਕਰ ਦਿੱਤੇ ਵੀ ਹੁਣ ਇਸ ਬਿਮਾਰੀ ਨੂੰ ਅਸੀਂ ਰੋਕ ਨਹੀਂ ਸਕਦੇ ਹੈਗੇ, ਅਤੇ ਇਸ ਕਰਕੇ ਤਕਰੀਬਨ 1-1.5-2 ਮਹੀਨੇ ਦੇ ਅੰਦਰ ਜਿਹੜਾ ਉਸ ਬੀਬੀ ਨੂੰ ਡਾਕਟਰ ਨੇ ਕਹਿ ਦਿੱਤਾ ਸੀਗਾ ਕਿ ਤੇਰਾ ਸਰੀਰ ਜਿਹੜਾ ਤੇਰੇ ਤੋਂ ਛੁੱਟ ਜਾਏਗਾ। ਦੇਖੋ ਜਦ ਬੀਬੀ ਨੂੰ ਡਾਕਟਰਾਂ ਦਾ ਜਿਹੜਾ ਫੈਸਲਾ ਅੰਤਮ ਸੀਗਾ ਜਦ ਉਹ ਪਤਾ ਲੱਗਾ, ਬਸ ਫੇਰ ਕੀ ਸੀ, ਉਹੀ ਬੀਬੀ ਕਹਿਣ ਲੱਗੀ ਕਿ ਮੇਰੀ ਇੱਕ ਬੱਚੀ ਸੀਗੀ ਅਤੇ ਮੈਂ ਆਪਣੀ ਬੱਚੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਜਿਹੜਾ ਸੀਗਾ ਉਹ ਆਖਰੀ ਉਮੀਦ ਲੈ ਕੇ ਪਹੁੰਚੀ। ਜਦ ਪਹੁੰਚੀ ਕਹਿੰਦੀ ਮੈਂ ਅਰਦਾਸ ਕੀਤੀ ਅਤੇ ਮੇਰੇ ਘਰਦਿਆਂ ਨੇ ਵੀ ਅਰਦਾਸ ਕੀਤੀ ਅਤੇ ਮੇਰੀ ਬੱਚੀ ਨੇ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ, ਕਿਉਂਕਿ ਜਿਵੇਂ ਬੱਚਿਆਂ ਦਾ ਮਨ ਕੋਮਲ ਹੁੰਦਾ, ਨਰਮ ਹੁੰਦਾ ਹੈਗਾ, ਅਤੇ ਕਹਿੰਦੇ ਮੇਰੀ ਬੱਚੀ ਨੇ ਤਾਂ ਇੱਥੋਂ ਤੱਕ ਗੁਰੂ ਰਾਮਦਾਸ ਮਹਾਰਾਜ ਨੂੰ ਕਿਹਾ ਤਾ ਕਿ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਮੇਰੀ ਮੰਮੀ ਨੂੰ ਤੁਸੀਂ ਤੰਦਰੁਸਤ ਕਰ ਦਿਓ, ਇਸ ਦੀ ਬਿਮਾਰੀ ਤੋਂ ਮੁਕਤ ਕਰ ਦਿਓ। ਕਹਿੰਦੀ ਅਰਦਾਸਾਂ ਤਾਂ ਅਸੀਂ ਵੀ ਕੀਤੀਆਂ ਸੀ, ਪਰ ਬੱਚੇ ਦੀ ਸਾਫ਼ ਦਿਲੋਂ ਕੀਤੀ ਹੋਈ ਅਰਦਾਸ ਤੁਰੰਤ ਕਹਿੰਦੀ ਗੁਰੂ ਸਾਹਿਬ ਮਹਾਰਾਜ ਦੇ ਚਰਨਾਂ 'ਤੇ ਪਹੁੰਚੀ ਆ। ਤਾਂ ਉਸ ਤੋਂ ਬਾਅਦ ਕਹਿੰਦੀ ਵੀ ਡਾਕਟਰ ਨੇ ਕਿਹਾ ਜਿਹੜਾ ਮੈਨੂੰ ਟਾਈਮ ਦਿੱਤਾ ਸੀ ਕਿ ਮਹੀਨਾ ਜਾਂ 1.5 ਮਹੀਨਾ, ਇਸ ਤੋਂ ਬਾਅਦ ਇਹ ਤੇਰੀ ਜਿਹੜੀ ਬਿਮਾਰੀ ਆ ਇਹ ਤੇਰੇ ਸਰੀਰ ਨੂੰ ਲੈ ਕੇ ਇਸ ਸੰਸਾਰ ਤੋਂ ਅਲਵਿਦਾ ਕਰ ਜੂਗੀ। ਪਰ ਕਹਿੰਦੀ ਉਹੀ ਗੱਲ ਹੋਈ, ਜਦ ਕਹਿੰਦੀ ਵੀ 1.5 ਮਹੀਨਾ ਗੁਜ਼ਰਿਆ ਮੈਂ ਕਾਫੀ ਰਾਹਤ ਮਹਿਸੂਸ ਕੀਤੀ। ਉਸ ਤੋਂ ਬਾਅਦ ਜਦ ਡਾਕਟਰਾਂ ਨੂੰ ਕਹਿੰਦੀ ਮੈਂ ਚੈੱਕਅਪ ਕਰਾਇਆ, ਜਿਹੜੇ ਡਾਕਟਰ ਸੀਗੇ ਕਹਿੰਦੀ ਮੇਰੀ ਚੈੱਕਅਪ ਦੀ ਰਿਪੋਰਟ ਤੋਂ ਇੰਨੇ ਹੈਰਾਨ ਹੋਏ, ਕਹਿਣ ਲੱਗੇ ਕਿ ਇਹ ਤਾਂ ਬਿਮਾਰੀ ਜਿਹੜੀ 4ਥੇ ਸਟੇਜ 'ਤੇ ਕੈਂਸਰ ਦੀ ਸੀਗੀ, ਇਹ ਇੱਕਦਮ ਪਿੱਛੋਂ ਨੂੰ ਬੈਕ ਗੇਅਰ ਕਿਵੇਂ ਲੱਗ ਗਈ ਆ, ਕਿਵੇਂ ਇਹ ਬਿਮਾਰੀ ਜਿਹੜੀ ਉਹ ਵਧਣ ਦੀ ਜਗ੍ਹਾ ਪੂਰੀ ਤਰ੍ਹਾਂ ਘਟ ਰਹੀ ਆ ਔਰ ਬੜੀ ਤੇਜ਼ੀ ਨਾਲ ਘਟ ਰਹੀ ਆ। ਜਦੋਂ ਕਹਿੰਦੀ ਵੀ ਡਾਕਟਰਾਂ ਨੇ ਮੈਨੂੰ ਇਸ ਤਰ੍ਹਾਂ ਦੱਸਿਆ ਸੀਗਾ ਅਤੇ ਮੈਨੂੰ ਡਾਕਟਰ ਨੇ ਇੱਥੋਂ ਤੱਕ ਕਿਹਾ ਵੀ ਸਾਨੂੰ ਇਹ ਦੱਸ ਵੀ ਤੂੰ ਕਿਹੜੀ ਦਵਾਈ ਖਾਧੀ ਆ। ਫਿਰ ਉਹ ਬੀਬੀ ਕਹਿਣ ਲੱਗੀ ਮੈਂ ਡਾਕਟਰ ਨੂੰ ਸਾਫ਼ ਦੱਸ ਦਿੱਤਾ ਕਿ ਮੈਂ ਦਵਾਈ ਕੋਈ ਨਹੀਂ ਖਾਧੀ, ਕੇਵਲ ਅਤੇ ਕੇਵਲ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੀ ਜਿਹੜੀ ਧੂੜ ਹੈਗੀ ਆ ਸੰਗਤ ਦੇ ਪ੍ਰਤੀ ਉਹ ਹੀ ਲੈ ਕੇ ਇਹ ਦਵਾਈ ਜਿਹੜੀ ਆ ਮੈਂ ਖਾਧੀ ਆ, ਜਿਹਦੇ ਕਰਕੇ ਮੇਰੀ ਜਿਹੜੀ 4ਥੀ ਸਟੇਜ ਵਾ ਇਸ ਸਟੇਜ ਤੋਂ ਕਹਿੰਦੀ ਵੀ ਮੈਨੂੰ ਮੁਕਤੀ ਮਿਲ ਗਈ ਆ। ਉਸ ਤੋਂ ਬਾਅਦ ਤਕਰੀਬਨ 2-3 ਮਹੀਨੇ ਦੇ ਅੰਦਰ ਹੀ ਜਦ ਉਹਦੀ ਰਿਪੋਰਟ ਆਈ, ਜਿਹੜੀ ਰਿਪੋਰਟ ਸੀ ਕੈਂਸਰ ਦੀ ਪੂਰੀ ਤਰ੍ਹਾਂ ਨੈਗੇਟਿਵ ਸੀਗੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ ਜੋ ਵੀ ਪ੍ਰਾਣੀ ਆਉਂਦਾ ਹੈ ਨਾ, ਉਹਦੇ ਮਨ ਦੀ ਜੋ ਵੀ ਇੱਛਾ ਹੁੰਦੀ ਹੈਗੀ ਆ, ਅਗਰ ਉਹ ਪ੍ਰਾਣੀ ਸੱਚੇ ਦਿਲੋਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਕਰਕੇ ਇੱਕੋ ਇੱਕ ਗੁਰੂ ਰਾਮਦਾਸ ਮਹਾਰਾਜ ਦਾ ਓਟ ਆਸਰਾ ਲੈ ਕੇ ਇਸ ਦਰ 'ਤੇ ਝੁਕਦਾ ਹੈਗਾ, ਤਾਂ ਬਸ ਫਿਰ ਕੀ ਹੈ, ਉਸ ਦੀ ਇੱਛਾ ਨੂੰ ਜ਼ਰੂਰ ਫਲ ਲੱਗਦਾ ਹੈ, ਜਿਸ ਨੂੰ ਗੁਰਬਾਣੀ ਨੇ ਆਖਿਆ ਹੈ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਿ ਬਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ
ਤਾਂ ਸਰਵ ਸੁਖ ਪਾਵੇ ਮਰੇ ਮਨ। ਜਿਵੇਂ ਇਹ ਕਲਕੱਤੇ ਦੇ ਵਪਾਰੀ ਸੀ, ਉਹ ਕਹਿਣ ਲੱਗੇ ਕਿ ਮੈਂ ਵਪਾਰ ਦਾ ਸਮਾਨ ਲੈ ਕੇ ਤੇ ਇੱਥੇ ਪੰਜਾਬ ਕਹਿੰਦੇ ਵੀ ਮੈਂ ਆਪਣਾ ਜਿਹੜਾ ਸਮਾਨ ਸੀਗਾ ਬਾਜ਼ਾਰ 'ਚ ਵੇਚਦਾ ਸੀਗਾ। ਅਤੇ ਜਦੋਂ ਵੀ ਮੈਂ ਪੰਜਾਬ ਆਉਂਦਾ ਸੀਗਾ ਕਲਕੱਤੇ ਤੋਂ ਫਲੈਟ ਫੜ ਕੇ, ਅਤੇ ਮੈਂ ਦਰਬਾਰ ਸਾਹਿਬ ਆ ਕੇ ਜ਼ਰੂਰ ਮੱਥਾ ਟੇਕਦਾ ਸੀ। ਇੱਕ ਵਾਰ ਸੱਜਣ ਕਹਿਣ ਲੱਗੇ ਕਿ ਮੈਂ ਜਦ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਅਤੇ ਮੈਂ ਬਾਹਰ ਸਰੋਵਰ ਦੀ ਪਰਿਕਰਮਾ 'ਤੇ ਬੈਠ ਕੇ ਕਹਿੰਦੇ ਜਿਹੜਾ ਕੀਰਤਨ ਹੋ ਰਿਹਾ ਸੀਗਾ ਉਸ ਨੂੰ ਕਹਿੰਦੇ ਮੈਂ ਸਰਵਣ ਕਰਨ ਲੱਗਾ। ਜਦੋਂ ਕਹਿੰਦੇ ਮੈਂ ਅੱਖਾਂ ਮੀਟ ਕੇ ਬੈਠਾ, ਕੀ ਦੇਖਿਆ ਨਾਲ ਹੀ ਮੇਰੇ ਜਿਹੜੇ ਸੀ 2-4 ਕਦਮਾਂ ਦੇ ਉੱਤੇ ਇੱਕ ਬਜ਼ੁਰਗ ਬਾਬਾ ਜੀ ਬੈਠੇ ਹੋਏ ਸੀਗੇ, ਅਤੇ ਕਹਿੰਦੇ ਉਹਨਾਂ ਦਾ ਚਿੱਟਾ ਪ੍ਰਕਾਸ਼ ਦਾੜਾ, ਅਤੇ ਬਸ ਕੀਰਤਨ ਦੇ ਵਿੱਚ ਇੰਨੇ ਮਗਨ ਸੀਗੇ ਕਿ ਜਿਵੇਂ ਉਹਨਾਂ ਨੂੰ ਆਲੇ ਦੁਆਲੇ ਦੀ ਕੋਈ ਸੁੱਧ ਹੀ ਨਹੀਂ ਸੀ। ਪਰ ਕਹਿੰਦੇ ਉਹਨਾਂ ਦੀ ਇਹ ਸਮਾਧੀ ਦੇਖ ਕੇ ਉਹ ਸਰਦਾਰ ਜੀ ਕਲਕੱਤੇ ਵਾਲੇ ਕਹਿਣ ਲੱਗੇ ਕਿ ਮੈਂ ਖੁਦ ਹੈਰਾਨ ਸੀਗਾ ਕਿ ਦੇਖੋ ਇਸ ਦਰ ਦੇ ਉੱਤੇ ਇੰਨੇ ਉੱਚੀਆਂ ਸਮਾਧੀਆਂ ਧਿਆਨ ਵਾਲੀ ਵੀ ਜਿਹੜੇ ਜਗਿਆਸੂ ਆ ਗੁਰੂ ਰਾਮਦਾਸ ਮਹਾਰਾਜ ਦੇ ਇਸ ਅਸਥਾਨ ਦੀ ਹਾਜ਼ਰੀ ਭਰਦੇ ਆ। ਉਸ ਤੋਂ ਬਾਅਦ ਕਹਿੰਦੇ ਫਿਰ ਮੈਂ ਜਦ ਉਸ ਸੱਜਣ ਵੱਲ ਥੋੜ੍ਹਾ ਗੌਰ ਨਾਲ ਦੇਖਿਆ, ਮੈਂ ਕੀ ਦੇਖਿਆ ਕਿ ਉਹਦੇ ਕੱਪੜੇ ਵੀ ਪੁਰਾਣੇ ਸੀ, ਕੱਪੜਿਆਂ 'ਤੇ ਦਾਗ ਵੀ ਦਾਲਾਂ ਸਬਜ਼ੀਆਂ ਦੇ ਲੱਗੇ ਹੋਏ ਸੀ, ਅਤੇ ਵਿੱਚ ਟਾਕੀਆਂ ਵੀ ਸੀ ਕੱਪੜਿਆਂ ਦੇ। ਫਿਰ ਉਹ ਸੱਜਣ ਕਹਿਣ ਲੱਗੇ ਕਿ ਮੇਰੇ ਮਨ 'ਚ ਆਇਆ ਕਿ ਅਗਰ ਇਹ ਸੱਜਣ ਥੋੜ੍ਹਾ ਜਿਹਾ ਧਿਆਨ ਤੋਂ ਵਿਹਲੇ ਹੋ ਜਾਣ ਅਤੇ ਮੈਂ ਇਹਨਾਂ ਨੂੰ ਜਿਹੜਾ ਹੈ ਉਹ ਕੱਪੜੇ ਜ਼ਰੂਰ ਲੈ ਦਿਆਂਗਾ। ਜੇ ਕੱਪੜੇ ਨਹੀਂ ਲੈ ਕੇ ਦੇਂਗੇ ਤਾਂ ਕਮ ਸੇ ਕਮ ਜ਼ਿਆਦਾ ਨਹੀਂ ਤਾਂ 5-7 ਹਜ਼ਾਰ ਰੁਪਈਆ ਜ਼ਰੂਰ ਇਹਨਾਂ ਨੂੰ ਜਿਹੜਾ ਹੈਗਾ ਉਹ ਆਪਣੇ ਕੋਲੋਂ ਭੇਟਾ ਕਰਾਂਗਾ। ਜਦੋਂ ਸੱਜਣ ਕਲਕੱਤੇ ਵਾਲੇ ਕਹਿੰਦੇ ਮੈਂ ਮਨ 'ਚ ਸੋਚ ਰਿਹਾ ਸੀ, ਪਰ ਕਹਿੰਦੇ ਵੀ ਜਿਉਂ ਮੈਂ ਬੈਠਾ ਪਰ ਉਹ ਸੱਜਣ ਸਮਾਧੀ ਤੋਂ ਉੱਠੇ ਨਹੀਂ, ਬੜੇ ਅੰਤਰ ਧਿਆਨ ਹੋ ਕੇ ਬੈਠੇ ਰਹੇ। ਅਖੀਰ ਕਹਿੰਦੇ ਉੱਧਰੋਂ ਮੇਰੀ ਕਲਕੱਤੇ ਜਾਣ ਦੀ ਫਲਾਈਟ ਦਾ ਟਾਈਮ ਹੋ ਗਿਆ। ਮੈਂ ਮਨ 'ਚ ਸੋਚਿਆ ਕਿ ਦਿਲ ਤਾਂ ਮੇਰਾ ਕਰਦਾ ਸੀਗਾ ਕਿ ਇਹਨੂੰ 5-7 ਹਜ਼ਾਰ ਰੁਪਈਆ ਦੇ ਦਿਆਂ, ਪਰ ਲੱਗਦਾ ਕਿ ਇਹਦੇ ਕਰਮਾਂ 'ਚ ਨਹੀਂ ਆ। ਉਸ ਤੋਂ ਬਾਅਦ ਉਹ ਫਿਰ ਸਰਦਾਰ ਜੀ ਕਹਿਣ ਲੱਗੇ ਕਿ ਮੈਂ ਆਪ ਉੱਠ ਕੇ ਜਦੋਂ ਕਹਿੰਦੇ ਵੀ ਮੈਂ ਉੱਧਰ ਏਅਰਪੋਰਟ ਵੱਲ ਨੂੰ ਤੁਰ ਪਿਆ, ਤਕਰੀਬਨ 10 ਕੁ ਮਿੰਟ ਬਾਅਦ ਕਹਿੰਦੇ ਉਹ ਸੱਜਣ ਜਿਹੜੇ ਸੀ ਮੈਨੂੰ ਮਿਲ ਗਏ। ਜਦੋਂ ਕਹਿੰਦੇ ਮੈਨੂੰ ਮਿਲੇ ਆ ਅਤੇ ਮੈਂ ਹੈਰਾਨ ਹੋ ਗਿਆ ਵੀ ਇਹ ਤਾਂ ਸੱਜਣ ਇੱਥੇ ਪਰਿਕਰਮਾ 'ਚ ਬੈਠੇ ਸੀਗੇ, ਇਹ ਅੱਗੇ ਕਿਵੇਂ ਆ ਗਏ ਆ। ਉਸ ਤੋਂ ਬਾਅਦ ਕਹਿੰਦੇ ਵੀ ਮੈਂ ਵੈਸੇ ਉਹਨਾਂ ਨੂੰ ਸਰਸਰੀ ਜਿਹੜੀ ਸੀਗੀ ਉਹ ਸਤਿ ਸ੍ਰੀ ਅਕਾਲ ਬੁਲਾਈ, ਅਤੇ ਕਹਿੰਦੇ ਜਦੋਂ ਮੈਂ ਲੰਘਣ ਲੱਗਾ ਸੱਜਣ ਮੈਨੂੰ ਕਹਿਣ ਲੱਗੇ ਵੀ ਗੱਲ ਸੁਣ ਲਾ, ਤੂੰ ਵੀ ਆਇਆ ਦਰਬਾਰ ਸਾਹਿਬ, ਮੈਂ ਵੀ ਕੀਰਤਨ ਸਰਵਣ ਕਰਨਾ ਸੀਗਾ, ਤੂੰ ਵੀ ਕੀਰਤਨ ਸਰਵਣ ਕਰਨ ਆਇਆ ਸੀ ਕਿ 1-2 ਸ਼ਬਦ ਜਿਹੜੇ ਸਰਵਣ ਕਰਕੇ ਜਾਵਾਂ, ਪਰ ਹੈਰਾਨੀ ਦੀ ਗੱਲ ਇਹ ਆ ਕਿ ਤੂੰ ਆਪ ਕੀਰਤਨ ਨਾ ਤੂੰ ਸਰਵਣ ਕੀਤਾ ਨਾ ਮੈਨੂੰ ਕਰਨ ਦਿੱਤਾ। ਉਹ ਫਿਰ ਸੱਜਣ ਕਹਿਣ ਲੱਗੇ ਕਹਿੰਦੇ ਵੀ ਮੈਂ ਮਨ ਦੇ ਵਿੱਚ ਉਸਨਾਂ ਨੂੰ ਕਿਹਾ ਜੀ ਮੈਂ ਤਾਂ ਆਪ ਨੂੰ ਜਾਣਦਾ ਨਹੀਂ, ਮੈਂ ਤਾਂ ਤੁਹਾਨੂੰ ਡਿਸਟਰਬ ਨਹੀਂ ਕੀਤਾ। ਉਹ ਕਹਿਣ ਲੱਗੇ ਕਿ ਤੂੰ ਵੈਸੇ ਤਾਂ ਮੈਨੂੰ ਡਿਸਟਰਬ ਨਹੀਂ ਕੀਤਾ, ਪਰ ਮਨ ਆਤਮਾ ਕਰਕੇ ਜਿਹੜਾ ਤੂੰ ਮੈਨੂੰ ਜ਼ਿਆਦਾ ਡਿਸਟਰਬ ਕੀਤਾ। ਤੂੰ ਇਹ ਸੋਚ ਰਿਹਾ ਸੀ ਨਾ ਵੀ ਇਹਦੇ ਕੱਪੜੇ ਜਿਹੜੇ ਉਹ ਮੈਲੇ ਆ, ਟਾਕੀਆਂ ਲੱਗੀਆਂ ਹੋਈਆਂ, ਦਾਲਾਂ ਡੋਲੀਆਂ ਹੋਈਆਂ। ਕਹਿੰਦੇ ਵੀ ਮੈਂ ਇਹਨੂੰ ਨਵੇਂ ਕੱਪੜੇ ਲੈ ਦਿਆਂਗਾ, ਜੇ ਨਹੀਂ ਤਾਂ ਇਹਨੂੰ ਥੋੜ੍ਹੇ ਬਹੁਤੇ ਪੈਸੇ ਦੇ ਦਿਆਂਗਾ। ਕਹਿੰਦੇ ਦੇਖ ਇਹ ਜਿਹੜੀਆਂ ਦਾਲਾਂ ਮੇਰੇ ਕੱਪੜਿਆਂ 'ਤੇ ਡੁੱਲੀਆਂ ਜਾਂ ਟਾਕੀਆਂ ਲੱਗੀਆਂ, ਇਹ ਕਹਿੰਦੇ ਹੋਰ ਕੁਛ ਨਹੀਂ ਹੈ, ਇਹ ਗੁਰੂ ਰਾਮਦਾਸ ਮਹਾਰਾਜ ਦੇ ਦਿੱਤੇ ਹੋਏ ਸ਼ਾਬਾਸ਼ ਦੇ ਸਰਟੀਫਿਕੇਟ ਆ, ਕਹਿੰਦੇ ਉਹ ਮੈਨੂੰ ਮਿਲੇ ਹੋਏ ਆ। ਜਦੋਂ ਕਹਿੰਦੇ ਵੀ ਉਸ ਸੱਜਣ ਨੇ ਮੈਨੂੰ ਇੰਨੀ ਗੱਲ ਆਖੀ ਤਾਂ ਕਲਕੱਤੇ ਸਰਦਾਰ ਜੀ ਕਹਿਣ ਲੱਗੇ ਕਿ ਮੈਂ ਹੈਰਾਨ ਹੋ ਗਿਆ ਵੀ ਇਹ ਤਾਂ ਗੱਲ ਮੇਰੇ ਮਨ 'ਚ ਚੱਲ ਰਹੀ ਸੀ, ਮੇਰੇ ਮਨ ਦੀਆਂ ਗੱਲਾਂ ਇਹਨਾਂ ਬੈਠਿਆਂ ਨੇ ਕਿਵੇਂ ਬੁੱਝ ਲਈਆਂ ਹੈਗੀਆਂ। ਉਸ ਤੋਂ ਬਾਅਦ ਕਹਿੰਦੇ ਮੇਰੀ ਫਲਾਈਟ ਦਾ ਟਾਈਮ ਹੋ ਰਿਹਾ ਸੀਗਾ, ਅਤੇ ਕਹਿੰਦੇ ਉਸ ਤੋਂ ਬਾਅਦ ਫਿਰ ਮੈਂ ਕੀ ਕੀਤਾ, ਮੈਂ ਸੱਜਣ ਨੂੰ ਕਿਹਾ ਜੀ ਠੀਕ ਆ, ਮੈਂ ਤਾਂ ਪਹਿਲੀ ਵਾਰੀ ਸੁਣਿਆ ਐਸਾ ਕਿ ਕੋਈ ਵੀ ਆਦਮੀ ਜਿਹੜਾ ਹੈਗਾ ਉਹ ਮਨ ਦੀ ਗੱਲ ਨੂੰ ਬੁੱਝ ਸਕਦਾ ਹੈਗਾ, ਪਰ ਇੱਥੇ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਵਡਿਆਈ ਹੋਰ ਹੈਗੀ ਆ ਕਿ ਇੱਥੇ ਤਾਂ ਸੰਗਤ ਦੇ ਵਿੱਚ ਪਤਾ ਨਹੀਂ ਇੰਨੇ ਕਿੰਨੇ ਐਸੇ ਜਗਿਆਸੂ ਸੰਤ ਮਹਾਂਪੁਰਖ ਪ੍ਰਗਟ ਅਤੇ ਗੁਪਤ ਰੂਪ 'ਚ ਆਉਂਦੇ ਆ, ਜਿਹੜੇ ਇੱਥੇ ਬੈਠ ਕੇ ਦਰਸ਼ਨ ਕਰਦੇ ਆ ਅਤੇ ਸੰਗਤਾਂ ਦਾ ਆਧਾਰ ਕਰਦੇ ਆ। ਉਸ ਤੋਂ ਬਾਅਦ ਕਹਿੰਦੇ ਫਿਰ ਮੈਂ ਕੀ ਕੀਤਾ, ਜੋ ਮੇਰੇ ਮਨ ਦੀ ਖਾਸ ਸੀ 5-7 ਹਜ਼ਾਰ ਰੁਪਈਆ ਕੱਢਿਆ, ਉਹ ਸੱਜਣ ਨੂੰ ਭੇਟਾ ਕੀਤਾ। ਜਦੋਂ ਕਹਿੰਦੇ ਮੈਂ ਸੱਜਣ ਨੂੰ ਭੇਟਾ ਕੀਤਾ ਤਾਂ ਕਹਿੰਦੇ ਉਹ ਜਿਉਂ ਹੀ ਕਹਿੰਦੇ ਵੀ ਮੈਂ ਉਹਨਾਂ ਨੂੰ ਭੇਟਾ ਕੀਤਾ, ਮੈਨੂੰ ਕਹਿਣ ਲੱਗੇ ਵੀ ਗੱਲ ਇੱਕ ਹੈਗੀ ਆ, ਜਦੋਂ ਵੀ ਦਰਬਾਰ ਸਾਹਿਬ ਆਈਏ ਕਿਸੇ ਦੇ ਪਹਿਰਾਵੇ ਵੱਲ ਨਾ ਦੇਖੀਏ, ਕਿਸੇ ਦਾ ਇਹ ਨਾ ਦੇਖੀਏ ਵੀ ਇਹ ਕੀ ਕਰਦਾ ਕੀ ਨਹੀਂ ਕਰਦਾ। ਹਾਂ, ਗੁਰੂ ਰਾਮਦਾਸ ਮਹਾਰਾਜ ਦਰ 'ਤੇ ਆਉਣਾ ਹੈਗਾ, 1-2 ਸ਼ਬਦ ਜਾਂ ਜੋ ਵੀ ਸਮਾਂ ਸ਼ਬਦ ਸਰਵਣ ਕਰਨੇ ਹਨ, ਬਸ ਉਹਨੂੰ ਬਿਲਕੁਲ ਅੰਤਰ ਧਿਆਨ ਹੋ ਕੇ ਸੁਣਨਾ ਹੈਗਾ। ਅਗਰ ਅਸੀਂ ਆਪ ਵੀ ਸੁਣਾਂਗੇ ਅਤੇ ਦੂਸਰਿਆਂ ਨੂੰ ਵੀ ਸੁਣਨ ਦਾ ਮੌਕਾ ਦੇਵਾਂਗੇ, ਫਿਰ ਹੀ ਸਾਡਾ ਪਾਰ ਤਾਰਾ ਹੋ ਸਕਦਾ ਹੈ। ਉਸ ਤੋਂ ਬਾਅਦ ਕਹਿੰਦੇ ਵੀ ਉਹ ਜਿਹੜੇ ਸੱਜਣ ਸੀਗੇ ਫਿਰ ਚਲੇ ਗਏ, ਅਤੇ ਕਲਕੱਤੇ ਵਾਲੇ ਸਰਦਾਰ ਜੀ ਕਹਿਣ ਲੱਗੇ ਕਿ ਮੈਂ ਕਲਕੱਤੇ ਪਹੁੰਚਦਿਆਂ ਬਾਰ-ਬਾਰ ਕਹਿੰਦੇ ਵੀ ਉਹਨਾਂ ਗੁਰਮੁਖ ਸੱਜਣਾਂ ਬਾਰੇ ਸੋਚ ਰਿਹਾ ਸੀਗਾ ਕਿ ਅਜੇ ਵੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਉੱਤੇ ਐਸੇ ਅਨੇਕ ਗੁਰਸਿੱਖ ਹੈਗੇ ਆ ਜਿਹੜੇ ਗੁਪਤ ਜਾਂ ਪ੍ਰਗਟ ਰੂਪ ਹੋ ਕੇ ਇਸ ਅਸਥਾਨ ਦੇ ਦਰਸ਼ਨ ਕਰਨ ਆਉਂਦੇ ਆ, ਅਤੇ ਇਸ ਅਸਥਾਨ ਦੇ ਉੱਤੇ ਆ ਕੇ ਇਸ ਕੀਰਤਨ ਸਰਵਣ ਕਰਦੇ ਆ, ਅਤੇ ਜਿਹੜੇ ਜਗਿਆਸੂ ਜਿਨ੍ਹਾਂ ਦੇ ਉੱਤੇ ਉਹ ਕਿਰਪਾ ਕਰਦੇ ਆ
ਉਹਨਾਂ ਦਾ ਵੀ ਲੋਕ ਪਰਲੋਕ ਸਵਾਰ ਦਿੰਦੇ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਗੁਰੂ ਰਾਮਦਾਸ ਘਰ ਦੀ ਐਸੀ ਵਡਿਆਈ ਹੈਗੀ ਆ ਕਿ ਜੋ ਵੀ ਪ੍ਰਾਣੀ ਜਿਹੜਾ ਇੱਥੇ ਆਵੇ, ਗੁਰੂ ਸਾਹਿਬ ਦੇ ਪ੍ਰਤੀ ਸਮਰਪਿਤ ਹੋਵੇ, ਸੱਚੇ ਦਿਲੋਂ ਅਰਦਾਸ ਕਰੇ ਅਤੇ ਉਹਦੀ ਕੀਤੀ ਹੋਈ ਅਰਦਾਸ ਜਿਹੜੀ ਆ ਫਿਰ ਉਸੇ ਹੀ ਭਾਵਨਾ ਦੇ ਅਨੁਸਾਰ ਉਸ ਨੂੰ ਜਿਹੜਾ ਹੈਗਾ ਉਹ ਪ੍ਰਤੱਖ ਫਲ ਲਾ ਦਿੰਦੀ ਆ। ਸੋ ਦਾਸ ਇੰਨੇ ਹੀ ਵਚਨ ਗੁਰੂ ਸਾਹਿਬ ਜੀ ਦੀਆਂ ਵਡਿਆਈਆਂ ਦੇ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।